किताब झटका प्रकाश। लेखक ਗਿਆਨੀ ਨਰਿੰਜਨ ਸਿੰਘ ਸਰਲ। ਭਾਗ ਦੂਜਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਝਟਕਾ ਅਤੇ ਹਿੰਦੂ। ਮਹਾਂਪ੍ਰਸਾਦ ਤੇ ਕੜਾਹ ਪ੍ਰਸਾਦ ਅਤੇ ਨਿਰਣਾ ਕੌਣ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝਟਕਾ ਅਤੇ ਹਿੰਦੂ। ਭਾਈ ਰਣਧੀਰ ਸਿੰਘ ਆਖਦੇ ਹਨ ਕਿ ਸਿੱਖਾਂ ਦਾ ਝਟਕਾ ਪਦ ਹੀ ਨਹੀਂ, ਹੈ ਹੀ ਹਿੰਦੂਆਂ ਦਾ। ਖਾਲਸਾ ਕੌਮ ਨਾ ਕਿਸੇ ਮੱਤ ਦੀ ਮੁੱਤ ਅਸਲ ਹੈ, ਨਾ ਕਿਸੇ ਮੱਤ ਦੀ ਨਕਾਲ। ਇਸ ਦੇ ਆਪਣੇ ਅਸੂਲ ਨਿਆਰੇ ਹਨ ਤੇ ਸਭ ਕੌਮਾਂ ਦੇ ਅਸੂਲਾਂ ਨਾਲੋਂ ਵਿਲੱਖਣ ਹਨ। ਇਹ ਦਲੀਲ ਵਰਤਣ ਲੱਗਿਆਂ ਭਾਈ ਰਣਧੀਰ ਸਿੰਘ ਨੇ ਬੜਾ ਭੁਲੇਖਾ ਖਾਧਾ ਹੈ, ਕਿਉਂਕਿ ਜਿਹੜੀ ਰਹਿਤ ਮਰਜ਼ਾਦਾ ਸਤਿਗੁਰੂ ਨੇ ਸਿੱਖਾਂ ਨੂੰ ਦ੍ਰਿੜਾਈ ਹੈ, ਉਸ ਵਿੱਚ ਬਹੁਤ ਸਾਰੀ ਦੁਨੀਆ ਦੀਆਂ ਅੱਡ-ਅੱਡ ਕੌਮਾਂ ਤੇ ਖਾਸ ਕਰਕੇ ਹਿੰਦੂਆਂ ਵਿੱਚ ਖਿੰਡੇ ਪੁੰਡੇ ਰੂਪ ਵਿੱਚ ਪ੍ਰਚਲਿਤ ਸੀ ਤੇ ਜਿਹੜੀਆਂ ਰਸਮਾਂ ਇਨਸਾਨੀ ਅਤੇ ਕੁਦਰਤ ਦੇ ਅਨੁਸਾਰ ਸਨ, ਚੋਣ ਕਰਕੇ ਅਪਣਾ ਲਈਆਂ। ਜਿਸ ਤਰ੍ਹਾਂ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜਮਲੀਐ। ਜਿੱਥੈ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਪੰਨਾ 766। ਇਸ ਲਈ ਸਤਿਗੁਰੂ ਨੇ ਹਿੰਦੂ ਮੁਸਲਮਾਨਾਂ ਵਿੱਚ ਚਲੀਆਂ ਆ ਰਹੀਆਂ ਗਲਤ ਰਸਮਾਂ ਛੱਡ ਦਿੱਤੀਆਂ ਤੇ ਠੀਕ ਰਸਮਾਂ ਆਪਣੇ ਪੰਥ ਵਿੱਚ ਪ੍ਰਵਿਰਤ ਕਰ ਦਿੱਤੀਆਂ। ਹਿੰਦੂ ਤੇ ਮੁਸਲਮਾਨਾਂ ਨੇ ਉਹ ਰਸਮਾਂ ਸਹਿਜੇ ਸਹਿਜੇ ਛੱਡ ਦਿੱਤੀਆਂ ਤੇ ਉਹਨਾਂ ਦਾ ਅਸਲੀ ਰੂਪ ਸਿੰਘਾਂ ਵਿੱਚ ਰਹਿ ਗਿਆ ਤੇ ਇਸ ਤਰ੍ਹਾਂ ਖਾਲਸਾ ਪੰਥ ਸਭ ਤੋਂ ਨਿਆਰਾ ਜਾਪਣ ਲੱਗ ਪਿਆ। ਪਹਿਲੇ ਸਭ ਹਿੰਦੂ ਤੇ ਮੁਸਲਮਾਨਾਂ ਦੇ ਵੱਡ ਵਡੇਰੇ ਅਵਤਾਰ ਤੇ ਪੈਗੰਬਰ ਵੀ ਕੇਸ ਰੱਖਦੇ ਸਨ ਤੇ ਉਹਨਾਂ ਦੇ ਪੈਰੋਕਾਰ ਹਿੰਦੂ ਮੁਸਲਮਾਨ ਨੇ, ਪਰ ਸਮੇਂ ਨੇ ਉਹਨਾਂ ਨੂੰ ਮਰਜ਼ਾਦਾਹੀਣ ਬਣਾ ਦਿੱਤਾ ਤੇ ਸਿੰਘਾਂ ਦੀ ਸ਼ਕਲ ਇਸ ਤਰ੍ਹਾਂ ਨਿਆਰੀ ਦਿਸਣ ਲੱਗ ਪਈ। ਜਥਾ ਬਕਨ ਮੈਂ ਹੰਸ ਨਾ ਛਪੈ, ਗਿਰਜਨ ਬਿਖੈ ਮੋਰ ਜਿਮ ਦਿਖੈ। ਜਿਉ ਖਰਗਨ ਮੈਂ ਬਲੀ ਤੁਰੰਗ, ਜਥਾ ਮਿਰਗਨ ਮੈਂ ਕੇਹਰ ਅੰਗ ਸੂਰਜ ਪ੍ਰਕਾਸ਼। ਇਸੇ ਤਰ੍ਹਾਂ ਤੀਰ, ਤਲਵਾਰ, ਬੰਦੂਕ, ਕੰਘਾ, ਕੜਾ, ਕਿਰਪਾਨ ਤੇ ਕੱਛ ਆਦਿਕ ਚੀਜ਼ਾਂ ਦੇ ਵਰਤਣ ਦਾ ਰਿਵਾਜ ਸਿੱਖ ਧਰਮ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਮੌਜੂਦ ਸੀ। ਤ੍ਰਿਭਾਵਲ ਦਾ ਕੜਾਹ ਪ੍ਰਸ਼ਾਦ ਵੀ ਹਿੰਦੂ ਤੇ ਮੁਸਲਮਾਨ ਕਰਦੇ ਸਨ। ਮੁਸਲਮਾਨ ਉਸ ਨੂੰ ਹਲਵਾ ਤੇ ਹਿੰਦੂ ਕੜਾਈ ਜਾਂ ਮਹਾਂਪ੍ਰਸਾਦ ਜਾਂ ਪੰਚਾਮ੍ਰਿਤ ਵੀ ਆਖਦੇ ਸਨ। ਖਾਲਸਾ, ਫਤਿਹ, ਦਸਤਾਰ ਆਦਿਕ ਸ਼ਬਦ ਮੁਸਲਮਾਨਾਂ ਵਾਲੇ ਹੀ ਹਨ। ਸਿੱਖਾਂ ਨੇ ਕੋਈ ਆਪਣੀ ਬੋਲੀ ਵੱਖਰੀ ਨਹੀਂ ਬਣਾਈ। ਇਸੇ ਤਰ੍ਹਾਂ ਝਟਕਾ ਸ਼ਬਦ ਹਿੰਦ ਦੇ ਪੁਰਾਣੇ ਇਤਿਹਾਸ ਵਿੱਚ ਮੌਜੂਦ ਸੀ ਤੇ ਹੈ ਸੀ ਬਿਲਕੁਲ ਠੀਕ। ਇਸ ਵਿੱਚ ਮੁਸਲਮਾਨਾਂ ਵਾਲੇ ਭਰਮ ਵਹਿਮ ਤੇ ਜ਼ਬਰਦਸਤੀ ਦੀਨ ਮਨਾਉਣ ਵਾਲੀ ਕੋਈ ਗੱਲ ਨਹੀਂ ਸੀ। ਇਸ ਲਈ ਝਟਕਾ ਸ਼ਬਦ ਹਿੰਦੂਆਂ ਦਾ ਸਾਬਤ ਕਰਕੇ ਸਿੱਖਾਂ ਲਈ ਹਰਾਮ ਕਰਾਰ ਦੇਣ ਦੀ ਕੋਸ਼ਿਸ਼ ਸਰਾਸਰ ਗਲਤ ਹੈ। ਭਾਈ ਸਾਹਿਬ ਨੇ ਇਹ ਦੇਖ ਕੇ ਕਿ ਝਟਕਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਹੀਂ ਮਿਲਦਾ, ਅਸਮਾਨ ਸਿਰ ਤੇ ਚੁੱਕ ਲਿਆ ਹੈ, ਪਰ ਆਪ ਦੀ ਕੇਸਕੀ ਦਾ ਵਜੂਦ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ, ਨਾ ਦਸਮ ਗ੍ਰੰਥ, ਨਾ ਭਾਈ ਗੁਰਦਾਸ ਜੀ ਦੀ ਬਾਣੀ, ਨਾ ਸਿੱਖਾਂ ਦੇ ਕਿਸੇ ਇਤਿਹਾਸ ਜਾਂ ਰਹਿਤਨਾਮੇ, ਨਾ ਰਵਾਜਨ, ਨਾ ਕਿਸੇ ਸੰਸਕ੍ਰਿਤ, ਹਿੰਦੀ ਜਾਂ ਫਾਰਸੀ ਦੇ ਕੋਸ਼ ਵਿੱਚ ਤੇ ਨਾ ਕਿਸੇ ਹੋਰ ਦੇਸ਼ ਦੀ ਭਾਸ਼ਾ ਵਿੱਚੋਂ ਹੀ ਸਿੱਧ ਹੁੰਦਾ ਹੈ। ਪਰ ਆਪ ਨੇ ਆਪਣੇ ਆਪ ਹੀ ਇਸ ਨੂੰ ਛੋਟੀ ਦਸਤਾਰ ਕਹਿ ਕੇ ਪੰਜਵਾਂ ਕੱਕਾ ਬਣਾ ਧਰਿਆ ਹੈ। ਰਹਿਤਨਾਮੇ ਦੀ ਸੰਬੰਧਕ ਦੀ ਥਾਂ ਕੀ ਸੰਬੰਧਕ ਵਰਤਿਆ ਵੇਖ ਕੇ ਉਸ ਦਾ ਅਰਥ ਕੇਸਾਂ ਦੀ ਥਾਂ ਕੇਸ ਕੀ ਛੋਟੀ ਦਸਤਾਰ ਚੁਣ ਘੜਿਆ ਹੈ। ਭਾਈ ਕਾਨ ਸਿੰਘ ਜੀ ਵੀ ਇੱਥੇ ਉਕਾਈ ਖਾ ਗਏ ਹਨ। ਰਹਿਤਨਾਮੇ ਦੀ ਤੁਕ ਇਸ ਤਰ੍ਹਾਂ ਹੈ: ਕੱਛ, ਕੜਾ, ਕਿਰਪਾਨ, ਕੰਘਾ, ਕੇਸ ਕੀ ਪੰਜ ਕਕਾਰੀ ਰਹਿਤ ਰੱਖੇ ਸਿੱਖ ਸੋਈ। ਚੌਪਾ ਸਿੰਘ। ਇਸ ਦਾ ਅਰਥ ਇਸ ਤਰ੍ਹਾਂ ਹੈ: ਜਿਹੜਾ ਕੱਛ, ਕੜਾ, ਕਿਰਪਾਨ, ਕੰਘਾ ਅਤੇ ਕੇਸਾਂ ਦੀ ਪੰਜ ਕਕਾਰੀ ਰਹਿਤ ਰੱਖਦਾ ਹੈ ਉਹ ਸਿੱਖ ਹੈ। ਪਰ ਇੱਥੇ ਭਾਈ ਜੀ ਨੇ ਦੀ ਜਗ੍ਹਾ ਕੀ ਸ਼ਬਦ ਲਗਾ ਕੇ ਕੇਸ ਦੇ ਨਾਲ ਜੋੜ ਕੇ ਕੇਸ ਕੀ ਪਦ ਬਣਾ ਕੇ ਆਪਣੇ ਖਿੱਚਾ ਖਿੱਚੀ ਵਾਲੇ ਸੁਭਾਅ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਾਰੇ ਰਹਿਤਨਾਮੇ ਲਿਖਣ ਵਾਲੇ ਸਿੰਘਾਂ ਨੂੰ ਮਨਮਤੀਏ ਅਰ ਬੇਈਮਾਨ ਬਣਾ ਧਰਿਆ ਹੈ, ਜਿਨ੍ਹਾਂ ਨੇ ਕੇਸਾਂ ਨੂੰ ਪੰਜਵਾਂ ਕੱਕਾ ਕਥਨ ਕੀਤਾ ਹੈ। ਪਰ ਧੰਨ ਹਨ ਉਹ ਪ੍ਰੇਮੀ ਸਿੰਘ ਜਿਹੜੇ ਭਾਈ ਸਾਹਿਬ ਦੀ ਇਸ ਗਲਤ ਫਿਲਾਸਫੀ ਨੂੰ ਵੀ ਸਹੀ ਮੰਨ ਰਹੇ ਹਨ।
ਮਹਾਂਪ੍ਰਸਾਦ ਜਾਂ ਕੜਾਹ ਪ੍ਰਸ਼ਾਦ। ਭਾਈ ਰਣਧੀਰ ਸਿੰਘ ਨੇ ਪਹਿਲੇ ਮਾਸ ਕੋਲੋਂ ਮਹਾਂਪ੍ਰਸਾਦ ਪਦ ਖੋਹ ਕੇ ਇਸ ਨੂੰ ਨਿਰਾਦਰ ਬੋਧਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਦੀ ਆਣ ਮਹਾਂਪ੍ਰਸਾਦ ਵੰਡ ਖੁਆਇਆ ਵਾਲੀ ਤੁਕ ਦਾ ਹਵਾਲਾ ਦਿੱਤਾ ਹੈ। ਇਸ ਤੋਂ ਉਹਨਾਂ ਇਹ ਸਮਝ ਲਿਆ ਕਿ ਇੱਥੇ ਲਿਖਿਆ ਹੋਣ ਕਰਕੇ ਇਹ ਸ਼ਬਦ ਸਿੰਘ ਸੱਜ ਗਿਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵੱਲੋਂ ਸਿੱਖੀ ਦੀ ਬੋਲੀ ਦਾ ਕੋਈ ਕੋਸ਼ ਨਹੀਂ ਰਚਿਆ। ਉਹ ਤਾਂ ਜਿਹੜੀ ਹਿੰਦੀ ਜਾਂ ਪੰਜਾਬੀ ਬੋਲੀ ਲੋਕ ਉਸ ਵੇਲੇ ਬੋਲਦੇ ਸਨ, ਉਸੇ ਵਿੱਚ ਆਪਣੀ ਬਾਣੀ ਉਚਾਰੀ ਜਾਂਦੇ। ਜਿੱਥੇ ਉਹਨਾਂ ਹਿੰਦੂ ਭਾਸ਼ਾ ਦੇ ਮਹਾਂਪ੍ਰਸਾਦ ਤੇ ਪੰਚਾਮ੍ਰਿਤ ਸ਼ਬਦ ਵਰਤੇ ਹਨ, ਉੱਥੇ ਧੁਰੋਂ ਪਤਾਲੋਂ ਲਈ ਕੜਾਈ ਵੀ ਲਿਖਿਆ ਹੈ ਤੇ ਅਰਥ ਇਹਨਾਂ ਤਿੰਨ ਸ਼ਬਦਾਂ ਦਾ ਕੜਾਹ ਪ੍ਰਸ਼ਾਦ ਤ੍ਰਿਭਾਵਲ ਹੀ ਬਣਦਾ ਹੈ। ਪਰੰਪਰਾ ਤੋਂ ਲੈ ਕੇ ਸਿੱਖ ਕੌਮ ਵਿੱਚ ਤ੍ਰਿਭਾਵਲ ਵਾਸਤੇ ਕੜਾਹ ਪ੍ਰਸ਼ਾਦ ਸ਼ਬਦ ਹੀ ਪ੍ਰਵਿਰਤ ਰਿਹਾ ਹੈ। ਸਰਬੱਤ ਗੁਰਦੁਆਰੇ, ਚਾਰੋਂ ਤਖਤ, ਸਾਰੀਆਂ ਸੰਪਰਦਾਵਾਂ ਤੇ ਸਾਰੇ ਪੰਥਕ ਜਥੇ ਅਰਦਾਸ ਵਿੱਚ ਇਸ ਪਦ ਦੀ ਵਰਤੋਂ ਕਰਦੇ ਹਨ। ਜਦ ਇਹ ਕਿਤਾਬ ਲਿਖੀ ਗਈ ਸੀ ਤੇ ਉਦੋਂ 4 ਤਖਤ ਸਨ ਤੇ 5ਵੇਂ ਤਖਤ ਨੂੰ ਬਾਅਦ ਵਿੱਚ ਮਾਨਤਾ ਮਿਲੀ। ਜਿਸ ਤਰ੍ਹਾਂ ਕੜਾਹ ਪ੍ਰਸ਼ਾਦ ਸ਼ਬਦ ਹਿੰਦੂ ਬੋਲੀ ਵਿੱਚੋਂ ਆਇਆ ਹੈ, ਉਸੇ ਤਰ੍ਹਾਂ ਇਹ ਪੰਚਾਮ੍ਰਿਤ ਅਰ ਮਹਾਂਪ੍ਰਸਾਦ ਵੀ। ਸੁਣਿਆ ਜਾਂਦਾ ਹੈ ਕਿ ਜਗਨਨਾਥਪੁਰੀ ਵਿੱਚ ਠਾਕਰਾਂ ਦੀ ਭੇਟਾ ਜੋ ਪ੍ਰਸ਼ਾਦ ਕੀਤਾ ਜਾਂਦਾ ਹੈ, ਉਸ ਨੂੰ ਉੱਥੇ ਮਹਾਂਪ੍ਰਸਾਦ ਹੀ ਆਖਿਆ ਜਾਂਦਾ ਹੈ। ਸੋ ਜੇ ਲਫ਼ਜ਼ਾਂ ਦੇ ਮੁਤਲਕ ਭਾਈ ਰਣਧੀਰ ਸਿੰਘ ਵਾਂਗੂ ਪਾਣੀ ਛਾਣਿਆ ਜਾਵੇ ਤਾਂ ਸਿੱਖਾਂ ਨੂੰ ਤਾਂ ਕੋਈ ਗੱਲ ਕਰਨ ਦਾ ਵੀ ਹੱਕ ਨਹੀਂ, ਕਿਉਂਕਿ ਇਸ ਵੇਲੇ ਜੋ ਬੋਲੀ ਵਰਤੀ ਜਾ ਰਹੀ ਹੈ ਉਹ ਤਾਂ ਸਾਰੀ ਹਿੰਦੂ ਮੁਸਲਮ ਬੋਲੀਆਂ ਦਾ ਹੀ ਮੁਰੱਕਬ ਹੈ ਤੇ ਸਿੱਖਾਂ ਦੀ ਵੱਖਰੀ ਬੋਲੀ ਕੋਈ ਹੈ ਹੀ ਨਹੀਂ। ਵੈਸੇ ਥਾਂ ਪਰ ਥਾਂ ਇੱਕ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਸਿੰਘਾਂ ਦੇ ਬੋਲਿਆਂ ਵਿੱਚ ਮਹਾਂਪ੍ਰਸਾਦ ਸ਼ਬਦ ਹਮੇਸ਼ਾ ਮਾਸ ਲਈ ਹੀ ਵਰਤਿਆ ਗਿਆ ਹੈ। ਗੁਣਾਂ ਤੇ ਸਵਾਦ ਦੇ ਲਿਹਾਜ਼ ਨਾਲ ਤਮਾਮ ਸਬਜ਼ੀ ਸਲੂਣਿਆਂ ਵਿੱਚੋਂ ਇਹ ਮਹਾਂ ਉੱਤਮ ਪ੍ਰਸ਼ਾਦ ਹੈ। ਹੁਣ ਇਸ ਦੀ ਉਧੇੜ ਬੁਣ ਵਿੱਚ ਲੱਗ ਜਾਣਾ ਵੇਲੀ ਜੱਟੀ ਉੱਨ ਵੇਲੇ ਵਾਲੀ ਗੱਲ ਹੀ ਹੈ। ਨਿਰਣਾ ਕੌਣ ਕਰੇ? ਭਾਈ ਰਣਧੀਰ ਸਿੰਘ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਹਨ ਕਿ ਇਸ ਝਗੜੇ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਵਿੱਚ ਮਾਸ ਖਾਣਾ ਜਾਇਜ਼ ਹੈ ਕਿ ਨਾਜਾਇਜ਼। ਪਰ ਹੇਰਾਫੇਰੀ ਨਾਲ ਇਹ ਫੈਸਲਾ ਕਰਨ ਵਾਲੀ ਅਦਾਲਤ ਦੀ ਕੁਰਸੀ ਉੱਤੇ ਆਪ ਬੈਠਣ ਦਾ ਹੱਕ ਰੱਖਣਾ ਚਾਹੁੰਦੇ ਸਨ ਤੇ ਆਪਣੀ ਮਰਜ਼ੀ ਦੇ 4 ਸਿੰਘਾਂ ਨੂੰ ਗੁਰਮੁਖ ਪੰਚ ਦਾ ਦਰਜਾ ਦੇ ਕੇ ਆਪਣੇ ਨਾਲ ਮਿਲਾ ਕੇ ਬਾਕੀ ਮਹਾਂਪ੍ਰਸਾਦ ਮਾਸ ਛਕਣ ਵਾਲੇ ਸਿੰਘਾਂ ਨੂੰ ਪਤਿਤ ਕਰਾਰ ਦੇ ਕੇ ਤਖਤਾਂ ਤੋਂ ਉਤਾਰ ਕੇ ਆਪਣੇ ਚਰਨਾਂ ਵਿੱਚ ਸੁੱਟਣਾ ਚਾਹੁੰਦੇ ਸਨ। ਉਹਨਾਂ ਦਾ ਆਪਣਾ ਜਥਾ ਤਾਂ ਇਹ ਫੈਸਲਾ ਕਰੀ ਹੀ ਬੈਠਾ ਹੈ ਕਿ ਮਾਸ ਖਾਣ ਵਾਲੇ ਸਾਰੇ ਸਿੰਘ ਪਤਿਤ ਹੀ ਹਨ। ਹੁਣ ਤਾਂ ਸਿਰਫ ਸਾਨੂੰ ਹੀ ਵਿਚਾਰਨਾ ਪਵੇਗਾ ਕਿ ਅਸੀਂ ਇਹਨਾਂ ਦੇ ਇਸ ਫੈਸਲੇ ਨੂੰ ਪ੍ਰਵਾਨ ਕਰੀਏ ਕਿ ਨਾ। ਉਹਨਾਂ ਦਾ ਇਹ ਵਿਚਾਰ ਸਰਾਸਰ ਗਲਤ ਹੈ। ਅਸੀਂ ਸਮਝਦੇ ਹਾਂ ਕਿ ਇਸ ਦਾ ਫੈਸਲਾ ਗੁਰੂ ਜੀ ਆਪ ਹੀ ਕਰ ਗਏ ਹਨ ਤੇ ਪੰਥ ਇਸ ਨੂੰ ਮੰਨ ਕੇ ਇਸ ਤੇ ਅਮਲ ਕਰਦਾ ਚੱਲਿਆ ਆਇਆ ਹੈ। ਪਰ ਜੇ ਅਜੇ ਵੀ ਹੋਰ ਵਿਚਾਰ ਦੀ ਲੋੜ ਹੈ ਤਾਂ ਇਹ ਮਾਮਲਾ ਤਖਤਾਂ ਦੇ ਪੇਸ਼ ਕਰ ਦਿਓ ਜਾਂ ਸਾਰੇ ਪੰਥਕ ਜਥੇ, ਸਿੰਘ ਸਭਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚ ਸਰਬਸੰਮਤੀ ਲੈ ਲਵੋ। ਫਿਰ ਜਿਹੜਾ ਇਸ ਫੈਸਲੇ ਨੂੰ ਨਾ ਮੰਨੇ ਉਹ ਝੂਠਾ। ਸੱਜਣੋ, ਭਾਈ ਸਾਹਿਬ ਤਾਂ ਆਪਣੀ ਮਰਜ਼ੀ ਦੇ ਸਿੰਘ ਆਪਣੇ ਨਾਲ ਸ਼ਾਮਲ ਕਰਕੇ ਗੁਰੂ ਹੋਣ ਦਾ ਦਾਅਵਾ ਕਰਕੇ ਫਤਵੇ ਦੇਣਾ ਪੜ੍ਹੇ ਹੋਏ ਸਨ। ਇਸ ਘੁੰਡੀ ਨੂੰ ਸਮਝਣ ਲਈ ਪੜ੍ਹੋ ਗਿਆਨੀ ਹੀਰਾ ਸਿੰਘ ਦਰਦ ਦਾ ਲੇਖ, ਜੋ ਗੁਰੂ ਰੂਪ 5 ਪਿਆਰੇ ਦੇ ਸਿਰਲੇਖ ਹੇਠ 4 ਜੁਲਾਈ 1965 ਦੇ ਜਥੇਦਾਰ ਅਖਬਾਰ ਵਿੱਚ ਛਪ ਚੁੱਕਾ ਹੈ। ਉਹ ਲਿਖਦੇ ਹਨ ਕਿ ਜਦੋਂ ਮੈਂ ਚੱਕ ਨੰਬਰ 73 ਝੰਗ ਬ੍ਰਾਂਚ ਭਕਨਾ ਝਬਾਲ ਲਾਇਲਪੁਰ ਵਿੱਚ ਅਧਿਆਪਕ ਸਾਂ ਅਤੇ ਗੁਰਮਤਿ ਪ੍ਰਚਾਰਕ ਜਥੇ ਵਿੱਚ ਬੜੇ ਉਤਸ਼ਾਹ ਨਾਲ ਕੰਮ ਕਰਦਾ ਹੁੰਦਾ ਸਾਂ ਤਾਂ ਉੱਥੇ ਕੁਝ ਧਰਮ ਪ੍ਰੇਮੀ ਤੇ ਨੇਕ ਸੱਜਣ ਮੇਰੇ ਬੜੇ ਗੂੜ੍ਹੇ ਮਿੱਤਰ ਬਣ ਗਏ ਸਨ। ਉਹਨਾਂ ਵਿੱਚੋਂ ਬਾਬੂ ਮਲ ਸਿੰਘ, ਡਾਕਟਰ ਗੁਰਬਖਸ਼ ਸਿੰਘ, ਬਾਬੂ ਤ੍ਰਿਪਤ ਸਿੰਘ, ਸਰਦਾਰ ਸੂਰਤ ਸਿੰਘ ਤੇ ਭਾਈ ਜੈ ਸਿੰਘ ਆਦਿ ਖਾਸ ਤੌਰ ਤੇ ਮੇਰੇ ਨਿਕਟਵਰਤੀ ਸਨ। ਬਾਬੂ ਮਲ ਸਿੰਘ ਹੋਰਾਂ ਨੇ ਚੱਕ ਨੰਬਰ 71 ਵਿੱਚ ਇੱਕ ਉਚੇਚਾ ਸਮਾਗਮ ਰਚਿਆ। ਸੰਤ ਰਣਧੀਰ ਸਿੰਘ ਦੇ ਜਥੇ ਨੂੰ ਸੱਦਾ ਭੇਜਿਆ ਅਤੇ ਅਖੰਡ ਪਾਠ ਰੱਖ ਕੇ ਪੂਰਨ ਵਿਧੀ ਨਾਲ ਅੰਮ੍ਰਿਤ ਪ੍ਰਚਾਰ ਕਰਨ ਦਾ ਪ੍ਰਬੰਧ ਕੀਤਾ। ਉੱਪਰ ਲਿਖੇ ਸੱਜਣਾ ਨੇ ਸਣੇ ਸਿੰਘਣੀਆਂ ਦੇ ਦੁਬਾਰਾ ਅੰਮ੍ਰਿਤ ਛਕਣਾ ਸੀ।
ਮੈਨੂੰ ਰਾਵਲਪਿੰਡੀ ਤੋਂ ਉਚੇਚਾ ਇਸ ਸਮਾਗਮ ਉੱਤੇ ਬੁਲਾਇਆ ਗਿਆ ਤਾਂ ਜੋ ਮੈਂ ਵੀ ਆਪਣੀ ਪੂਰੀ ਤਰ੍ਹਾਂ ਸੁਧਾਈ ਕਰਕੇ ਨਵੇਂ ਸਿਰੇ ਪੂਰਨ ਗੁਰਸਿੱਖਾਂ ਦੇ ਹੱਥੋਂ ਅੰਮ੍ਰਿਤ ਪਾਨ ਕਰਕੇ ਆਪਣਾ ਜਨਮ ਸਫਲਾ ਕਰਾਂ। ਮੈਂ ਬੜੇ ਚਾਅ ਨਾਲ ਭਰੇ ਦਿਲ ਨਾਲ ਉੱਥੇ ਪਹੁੰਚ ਗਿਆ। ਅਖੰਡ ਪਾਠ, ਸ਼ਬਦ ਕੀਰਤਨ, ਜਗਿਆਸੂਆਂ ਦਾ ਸਣ ਕੇਸੀ ਇਸ਼ਨਾਨ, ਨੇਤਨੇਮ ਆਦਿਕ ਸਭ ਮਰਜ਼ਾਦਾ ਪੂਰੀ ਵਿਧੀ ਨਾਲ ਕਰਨ ਮਗਰੋਂ ਅੰਮ੍ਰਿਤ ਛਕਾਇਆ ਗਿਆ। ਰਹਿਤ ਮਰਜ਼ਾਦਾ ਦੀ ਸਿੱਖਿਆ ਦੇਣ ਸਮੇਂ ਪੰਜਾਂ ਪਿਆਰਿਆਂ ਦੇ ਜਥੇਦਾਰ ਭਾਈ ਰਣਧੀਰ ਸਿੰਘ ਨੇ ਕੁਰੈਤਾਂ 4 ਦੀ ਥਾਂ 5 ਦਸੀਆਂ। ਇੱਕ ਕੁਰੈਤ ਇਹ ਵੀ ਦਸੀ, ਮਾਸ ਖਾਣਾ ਕੁਰੈਤ ਹੈ। ਇਹ ਸੁਣ ਕੇ ਮੈਂ ਹੈਰਾਨ ਹੋ ਗਿਆ। ਮੇਰੇ ਦਿਲ ਉੱਤੇ ਭਾਈ ਰਣਧੀਰ ਸਿੰਘ ਦੇ ਭਜਨੀਕ ਹੋਣ ਦਾ ਬੜਾ ਪ੍ਰਭਾਵ ਪਾਇਆ ਗਿਆ ਸੀ, ਪਰ ਹੁਣ ਮੈਂ ਬੋਲਣੋਂ ਰਹਿ ਨਾ ਸਕਿਆ। ਜਥੇਦਾਰ ਜੀ, ਮੈਂ ਹੁਣ ਤੱਕ ਇਹੋ ਪੜ੍ਹਿਆ ਸੁਣਿਆ ਹੈ ਕਿ ਕੁੱਠਾ ਮਾਸ ਖਾਣਾ ਕੁਰੈਤ ਹੈ, ਪਰ ਤੁਸੀਂ ਮਾਸ ਖਾਣ ਨੂੰ ਹੀ ਕੁਰੈਤ ਦੱਸ ਰਹੇ ਹੋ। ਕਿ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਪੁਰਾਤਨ ਸਿੰਘ ਝਟਕਾ ਮਹਾਪ੍ਰਸਾਦ ਨਹੀਂ ਛਕਦੇ ਸਨ? ਕਿ ਅੰਮ੍ਰਿਤ ਛਕਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 5 ਬੱਕਰੇ ਨਹੀਂ ਝਟਕਾਏ ਸਨ? ਮੈਂ ਤਾਂ ਕਿਤੇ ਵੀ ਨਹੀਂ ਪੜ੍ਹਿਆ ਕਿ ਗੁਰੂ ਜੀ ਨੇ ਮਾਸ ਖਾਣਾ ਬੰਦ ਕੀਤਾ ਹੈ। ਭਾਈ ਰਣਧੀਰ ਸਿੰਘ, ਤਵਾਰੀਖਾਂ ਵਿੱਚ ਬਹੁਤ ਮਿਲਾਵਟ ਹੈ। ਗੁਰੂ ਗੋਬਿੰਦ ਸਿੰਘ ਨੇ 5 ਬੱਕਰੇ ਨਹੀਂ ਸਨ ਝਟਕਾਏ, ਬਲਕਿ ਉਹਨਾਂ ਨੇ 5 ਪਿਆਰਿਆਂ ਨੂੰ ਸੱਚਮੁੱਚ ਝਟਕਾ ਕੇ ਮੁੜ ਆਪਣੀ ਸ਼ਕਤੀ ਨਾਲ ਸੁਰਜੀਤ ਕੀਤਾ ਸੀ। ਮਹਾਪ੍ਰਸਾਦ ਕੜਾਹ ਨੂੰ ਕਿਹਾ ਜਾਂਦਾ ਹੈ, ਨਾ ਕਿ ਮਾਸ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਮਾਸ ਦੀ ਸਾਫ਼ ਮਨਾਹੀ ਹੈ। ਦੇਖੋ, ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਮੈ ਮਾਨਸਾ ਤਿੰਨ ਕਿਉ ਨਿਰਮਲ ਚੀਤ। ਪੰਨਾ 140। ਮੈਂ ਕਿਹਾ, ਖਿਮਾ ਕਰਨੀ ਜਥੇਦਾਰ ਜੀ, ਮੇਰੀ ਆਪ ਦੇ ਇਸ ਕਥਨ ਨਾਲ ਤਸੱਲੀ ਨਹੀਂ ਹੋਈ। ਗੁਰਬਾਣੀ ਦੀ ਇਸ ਤੁਕ ਵਿੱਚ ਵੀ ਮਾਸ ਦੀ ਨਖੇਦੀ ਨਹੀਂ, ਬਲਕਿ ਜ਼ਬਰ ਜ਼ੁਲਮ ਤੇ ਵੱਡੀਆਂ ਨਾਲ ਮਨੁੱਖਾਂ ਦੇ ਲਹੂ ਪੀਣ ਦੀ ਨਖੇਦੀ ਹੈ। ਮੇਰੀ ਗੱਲ ਸੁਣ ਕੇ ਜਥੇਦਾਰ ਸਾਹਿਬ ਜੋਸ਼ ਵਿੱਚ ਆ ਗਏ ਅਤੇ ਬੋਲੇ, ਤੁਸੀਂ ਇੱਥੇ ਜਗਿਆਸੂ ਦੀ ਹੈਸੀਅਤ ਵਿੱਚ ਸਿੱਖੀ ਦੀ ਦਾਤ ਲੈਣ ਲਈ ਗੁਰੂ ਦੇ ਹਜ਼ੂਰ ਆਏ ਹੋ? ਹਾਂਜੀ, ਠੀਕ ਹੈ। 5 ਪਿਆਰੇ ਗੁਰੂ ਰੂਪ ਹੁੰਦੇ ਹਨ। ਹਾਂਜੀ, ਫਿਰ ਤੁਸੀਂ ਹੋਇਤਾਂ ਕਰਨੀਆਂ ਛੱਡ ਦਿਓ। ਅਸੀਂ 5 ਪਿਆਰੇ ਗੁਰੂ ਰੂਪ ਜੋ ਆਪ ਨੂੰ ਹੁਕਮ ਦਿੰਦੇ ਹਾਂ, ਉਹ ਆਪ ਨੂੰ ਮੰਨਣਾ ਪਵੇਗਾ। ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਮਾਸ ਖਾਓਗੇ ਤਾਂ ਕੁਰੈਤ ਕੇ ਬਣ ਜਾਓਗੇ। ਮੈਂ ਚੁੱਪ ਹੋ ਗਿਆ। ਉਹਨਾਂ ਦੀ ਇਸ ਗੱਲ ਦਾ ਮੈਨੂੰ ਉਦੋਂ ਕੋਈ ਉੱਤਰ ਨਾ ਔੜਿਆ। ਉਂਝ ਵੀ ਮੈਂ ਭਾਈ ਰਣਧੀਰ ਸਿੰਘ ਦੇ ਧਾਰਮਿਕ ਪ੍ਰਭਾਵ ਤੋਂ ਕੁਝ ਡਰ ਰਿਹਾ ਸਾਂ। ਮਤਾਂ 5 ਪਿਆਰੇ ਗੁਰੂ ਰੂਪ ਮੇਰੇ ਉੱਤੇ ਨਾਰਾਜ਼ ਹੋ ਕੇ ਮੈਨੂੰ ਅੰਮ੍ਰਿਤ ਤੋਂ ਵਾਂਝਿਆ ਹੀ ਨਾ ਕਰ ਦੇਣ। ਮੈਂ 7 ਬਚਨ ਆਖ ਕੇ ਉਹਨਾਂ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਮਾਸ ਖਾਣਾ ਛੱਡ ਦਿੱਤਾ। ਕੱਲਰ ਖਾਲਸਾ ਹਾਈ ਸਕੂਲ ਵਿੱਚ ਰਹਿੰਦਿਆਂ ਸਹਿਜੇ ਸਹਿਜੇ ਮਾਸਟਰ ਤਾਰਾ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਮੈਂ ਮਾਸ ਨਹੀਂ ਖਾਂਦਾ। ਉਹ ਬੜੇ ਹੈਰਾਨ ਹੋਏ। ਉਹ ਮੇਰੇ ਬੜੇ ਮਿੱਤਰ ਸਨ। ਉਹਨਾਂ ਹੋਰ ਮਾਸਟਰਾਂ ਨੂੰ ਕਿਹਾ, ਗਿਆਨੀ ਹੀਰਾ ਸਿੰਘ ਦਾ ਇਹ ਭੁਲੇਖਾ ਮੈਂ ਕੱਢਾਂਗਾ। ਮਾਸਟਰ ਤਾਰਾ ਸਿੰਘ ਦੀ ਥਿਊਰੀ ਸੀ ਕਿ ਜੋ ਝਟਕਾ ਮਾਸ ਨਹੀਂ ਖਾਂਦਾ ਉਹ ਸਿੱਖ ਨਹੀਂ। ਇੱਕ ਦਿਨ ਨਦੀ ਕਿਨਾਰੇ ਜਾ ਕੇ ਬੱਕਰਾ ਝਟਕਾਉਣ ਤੇ ਛੁੱਟੀ ਮਨਾਉਣ ਦੀ ਤਜਵੀਜ਼ ਹੋਈ। ਸਕੂਲ ਵਿੱਚ ਹੀ ਮੇਰੇ ਬਾਰੇ ਗੱਲ ਛਿੜ ਪਈ। ਮਾਸਟਰਾਂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਮੈਂ ਪਿਕਨਿਕ ਵਿੱਚ ਸ਼ਾਮਲ ਨਹੀਂ, ਕਿਉਂਕਿ ਮੈਂ ਮਾਸ ਨਹੀਂ ਖਾਂਦਾ। ਮਾਸਟਰ ਤਾਰਾ ਸਿੰਘ ਜੀ ਨੇ ਮੈਨੂੰ ਪੁੱਛਿਆ, ਕੀ ਗੱਲ ਹੈ, ਤੁਸੀਂ ਕਦੋਂ ਤੋਂ ਅਹਿੰਸਾਵਾਦੀ ਬਣ ਗਏ ਹੋ? ਮੈਂ ਤਾਂ ਤੁਹਾਨੂੰ ਇੱਕ ਸੂਰਬੀਰ ਖਾਲਸਾ ਸਮਝਦਾ ਸਾਂ। ਮੈਂ ਅਹਿੰਸਾਵਾਦੀ ਨਹੀਂ ਹਾਂ ਮਾਸਟਰ ਜੀ, ਮੈਂ ਉੱਤਰ ਵਿੱਚ ਕਿਹਾ। ਲੋੜ ਪੈਣ ਤੇ ਮੈਦਾਨੇ ਜੰਗ ਵਿੱਚ ਜ਼ਾਲਮਾਂ ਵਿਰੁੱਧ ਲੜਨ ਲਈ ਹਰ ਵੇਲੇ ਤਿਆਰ ਹਾਂ। ਫਿਰ ਕੀ ਗੱਲ ਹੈ ਕਿ ਮਾਸ ਖਾਣਾ ਤੁਸੀਂ ਪਾਪ ਸਮਝਦੇ ਹੋ? ਮੈਂ ਸੋਚਣ ਲੱਗ ਪਿਆ। ਫਿਰ ਆਖਿਆ, ਇਹ ਗੱਲ ਤਾਂ ਨਹੀਂ। ਮੇਰਾ ਖਿਆਲ ਹੈ ਤੁਸੀਂ ਜਦੋਂ ਲਾਇਲਪੁਰ ਰਹਿੰਦੇ ਹੁੰਦੇ ਸੀ, ਮੈਨੂੰ ਮਿਲਦੇ ਹੁੰਦੇ ਸੀ, ਸਾਡੇ ਘਰ ਵੀ ਆਉਂਦੇ ਹੁੰਦੇ ਸੀ ਤੇ ਮਾਸ ਵੀ ਛਕਦੇ ਹੁੰਦੇ ਸੀ। ਇਹ ਵੀ ਠੀਕ ਹੈ। ਫਿਰ ਇਹ ਤੁਹਾਨੂੰ ਕੀ ਬਿਮਾਰੀ ਚੰਬੜ ਗਈ? ਖੋਲ ਕੇ ਕਿਉਂ ਨਹੀਂ ਦੱਸਦੇ? ਹੁਣ ਮੈਂ ਮਾਸਟਰ ਜੀ ਨੂੰ ਸਾਰੀ ਗੱਲ ਖੋਲ ਕੇ ਦੱਸ ਦਿੱਤੀ ਕਿ ਕਿਸ ਤਰ੍ਹਾਂ ਮੈਂ ਸਿੱਖੀ ਵਿੱਚ ਪੂਰਨਤਾ ਪ੍ਰਾਪਤ ਕਰਨ ਦੀ ਲਗਨ ਵਿੱਚ ਭਾਈ ਰਣਧੀਰ ਸਿੰਘ ਤੋਂ ਅੰਮ੍ਰਿਤ ਛਕਣ ਗਿਆ ਸਾਂ ਤੇ ਕਿਸੇ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਨੇ 5 ਪਿਆਰਿਆਂ ਨੂੰ ਗੁਰੂ ਰੂਪ ਦੱਸ ਕੇ ਮੈਨੂੰ ਹੁਕਮ ਦੇ ਕੇ ਮਾਸ ਖਾਣਾ ਬੰਦ ਕੀਤਾ ਸੀ। ਮੈਂ ਕਿਹਾ, ਮੈਂ ਹੁਣ ਗੁਰੂ ਰੂਪ 5 ਪਿਆਰਿਆਂ ਦਾ ਬੱਧਾ ਹਾਂ। ਇਹ ਹੁਕਮ ਤੋੜ ਕੇ ਮੈਂ ਕਿਵੇਂ ਮਾਸ ਖਾਵਾਂ? ਇਹ ਸੁਣ ਕੇ ਮਾਸਟਰ ਤਾਰਾ ਸਿੰਘ ਜੀ ਖਿੜਖੜਾ ਕੇ ਹੱਸ ਪਏ। ਫਿਰ ਬੋਲੇ, ਮੈਂ ਤੁਹਾਡੇ ਪੱਕੇ ਸਿੱਖੀ ਵਿਸ਼ਵਾਸ ਉੱਤੇ ਬਹੁਤ ਖੁਸ਼ ਹਾਂ। ਤੁਸੀਂ ਹੁਣ ਵੀ ਇਹ ਗੱਲ ਮੰਨਦੇ ਹੋ ਕਿ 5 ਪਿਆਰੇ ਗੁਰੂ ਰੂਪ ਹੁੰਦੇ ਹਨ
ਤੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਮੈਂ ਕਿਹਾ, ਹਾਂ ਜੀ, ਕਿਉਂ ਨਹੀਂ ਮੰਨਣਾ ਚਾਹੀਦਾ? ਅੱਛਾ ਤਾਂ ਚਲੋ ਗੁਰਦੁਆਰੇ ਵਿੱਚ। ਸਣੇ ਹੋਰ ਸਾਰੇ ਮਾਸਟਰਾਂ ਦੇ ਮੈਨੂੰ ਮਾਸਟਰ ਤਾਰਾ ਸਿੰਘ ਜੀ ਗੁਰਦੁਆਰੇ ਲੈ ਗਏ। 4 ਹੋਰ ਤਿਆਰ ਸਿੰਘ ਮਾਸਟਰ ਨੂੰ ਨਾਲ ਲੈ ਕੇ ਮਾਸਟਰ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਗਏ। ਅਰਦਾਸਾ ਕਰਕੇ ਮਾਸਟਰ ਜੀ ਖੜੇ ਹੋ ਕੇ ਮੈਨੂੰ ਸੰਬੋਧਨ ਕਰਕੇ ਬੋਲੇ, ਗਿਆਨੀ ਹੀਰਾ ਸਿੰਘ ਸੁਣੋ, ਅਸੀਂ 5 ਪਿਆਰੇ ਗੁਰੂ ਰੂਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਮਾਸ ਜ਼ਰੂਰ ਖਾਇਆ ਕਰੋ, ਕਿਉਂਕਿ ਜੋ ਸਿੱਖ ਝਟਕਾ ਮਾਸ ਨਹੀਂ ਖਾਂਦੇ ਉਹ ਸਿੱਖ ਨਹੀਂ ਹੁੰਦੇ। ਇਹ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮਾਸਟਰ ਜੀ ਦੀ ਅਮਲੀ ਦਲੀਲ ਨੇ ਮੈਨੂੰ ਮੇਰੀ ਭੁੱਲ ਸਾਫ਼ ਕਰ ਦਿੱਤੀ। ਮੈਂ ਮਹਿਸੂਸ ਕੀਤਾ ਕਿ ਭਾਈ ਰਣਧੀਰ ਸਿੰਘ ਜੀ ਨੇ ਉਦੋਂ 5 ਪਿਆਰਿਆਂ ਵਿੱਚ ਗੁਰੂ ਰੂਪ ਦਾ ਅਧਿਕਾਰ ਮੰਨ ਕੇ ਜੋ ਮੈਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦੇ ਅਖਤਿਆਰ ਤੋਂ ਬਾਹਰ ਸੀ। ਮਾਸਟਰ ਜੀ ਨੇ ਤਾਂ ਇੱਕ ਠੀਕ ਦਲੀਲ ਨਾਲ ਮੇਰਾ ਭੁਲੇਖਾ ਕੱਢਣ ਲਈ ਇਹ ਸਾਰਾ ਪ੍ਰਬੰਧ ਕੀਤਾ ਸੀ। ਮੈਨੂੰ ਯਕੀਨ ਹੈ ਮਾਸਟਰ ਜੀ ਇਹ ਗੱਲ ਨਹੀਂ ਮੰਨਦੇ ਹੋਣਗੇ ਕਿ 5 ਪਿਆਰੇ ਗੁਰੂ ਰੂਪ ਬਣ ਕੇ ਹਰ ਕਿਸਮ ਦੇ ਹੁਕਮ ਦੇ ਸਕਦੇ ਹਨ। ਖੈਰ, ਉਸ ਦਿਨ ਤੋਂ ਮੈਂ ਮਾਸ ਖਾਣਾ ਤਾਂ ਆਰੰਭ ਕਰ ਦਿੱਤਾ, ਪਰ ਇਤਿਹਾਸ ਬਾਣੀ ਦੇ ਸਿਧਾਂਤਾਂ ਦੇ ਮੁਤਾਲਿਆ ਮਗਰੋਂ ਇਸ ਨਤੀਜੇ ਉੱਤੇ ਪੁੱਜ ਗਿਆ ਕਿ ਮਾਸ ਦੇ ਖਾਣ ਜਾਂ ਨਾ ਖਾਣ ਦਾ ਧਰਮ ਨਾਲ ਕੋਈ ਸਬੰਧ ਨਹੀਂ। ਇਹ ਕੋ ਖੁਰਾਕ ਦਾ ਮਸਲਾ ਹੈ। ਇਸ ਦਾ ਸਬੰਧ ਵਧੇਰੇ ਸਿਹਤ ਤੇ ਨਿੱਜੀ ਰੁਚੀਆਂ ਨਾਲ ਹੈ। ਕਿਤਾਬ ਝਟਕਾ ਪ੍ਰਕਾਸ਼, ਲੇਖਕ ਗਿਆਨੀ ਨਰਿੰਜਨ ਸਿੰਘ ਸਰਲ, ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।